ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਮਰ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨ ਦੇਈ ਬਨ। ਮਾਨਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸਈ ਕਹੀਏ ਧਨ। ਆਪਨ ਲੀਆ ਜੇ ਮਿਲੈ, ਵਿਛੁੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੀ, ਨਾਨਕ ਰੰਗ ਮਹਨਨ। ਹਰ ਜੇਠ ਰੰਗੀਲਾ ਤਿਸ ਤਨੀ, ਜਿਸ ਕੈ ਭਾਗਮ ਥਨ। ਹਰ ਜੇਠ ਰੰਗੀਲਾ ਤਿਸ ਤਨੀ, ਜਿਸ ਕੈ ਭਾਗਮ ਥਨ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡਿਆ ਭਾਗਾ ਵਾਲੇ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕੇ ਬੜੇ ਹੀ ਪਿਆਰ ਦੇ ਨਾਲ ਰਾਗੀ ਜਥੇ ਦੇ ਪਾਸੋਂ ਹਰ ਜਸ ਬਾਣੀ ਤੇ ਕੀਰਤਨਾਂ ਨੂੰ ਸਰਵਣ ਕਰ ਰਹੇ ਸਾਂ। ਆਪ ਜੀ ਨੂੰ ਜਿਵੇਂ ਪਤਾ ਹੀ ਹੈ ਕਿ ਅੱਜ ਜੇਠ ਮਹੀਨੇ ਦੀ ਆਰੰਭਤਾ ਹੈ। ਆਓ ਗੁਰੂ ਸਾਹਿਬ ਦੇ ਵੱਲੋਂ ਜੋ ਇਸ ਮਹੀਨੇ ਦਾ ਸੰਕੇਤ ਵਰਤ ਕੇ ਜੋ ਪਾਤਸ਼ਾਹ ਜੀ ਗੁਰਮਤ ਵਿਚਾਰਾਂ ਦ੍ਰਿੜ ਕਰਵਾ ਰਹੇ ਹਨ, ਉਸ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਗੁਰਫਤਿਹ ਦੇ ਨਾਲ ਸਾਂਝ ਪਾਓ, ਬੜੇ ਹੀ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿੰਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ 12 ਮਹਾ, ਜੋ ਮਾਝ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 133 ਉੱਪਰ ਸਬਾਇਮਨ ਹੈ। ਉਸ 12 ਮਹਾ ਬਾਣੀ ਦੇ ਵਿੱਚੋਂ ਚੌਥਾ ਜਿਹੜਾ ਸ਼ਬਦ ਹੈ, ਜੋ ਜੇਠ ਮਹੀਨੇ ਦਾ ਸੰਕੇਤ ਵਰਤ ਕੇ ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਸਤ ਸੰਗਤ ਜੀ, ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਹਰੇਕ ਪੱਖ ਤੋਂ, ਹਰੇਕ ਪਹਿਲੂ ਤੋਂ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ, ਇੱਕ ਦੇ ਨਾਲ ਜੋੜਿਆ। ਜਦੋਂ ਰੁੱਤਾਂ ਦੀ ਗੱਲ ਆਈ, ਜਿਵੇਂ ਜਿਵੇਂ ਵੱਖੋ ਵੱਖ ਰੁੱਤਾਂ ਆਉਂਦੀਆਂ ਗਈਆਂ,
ਤਿਵੇਂ ਤਿਵੇਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਫਿਰ ਵੀ ਇੱਕ ਦੇ ਨਾਲ ਜੋੜਦੇ ਰਹੇ। ਉਹਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰੁੱਤਾਂ ਦੇ ਸਿਰਲੇਖ ਹੇਠ ਬਾਣੀ ਦਰਜ ਕਰ ਦਿੱਤੀ। ਰੁੱਤਾਂ ਤੋਂ ਬਾਅਦ ਜਦੋਂ ਮਹੀਨਿਆਂ ਦੀ ਵਾਰੀ ਆਈ, ਵੈਸੇ ਤੇ ਦੁਨੀਆ ਦੇ ਅੰਦਰ ਬੜੇ 12 ਮਾਹ ਨੇ, ਬੁੱਲੇ ਸ਼ਾਹ ਦੇ ਵੱਲੋਂ ਵੀ ਲਿਖਿਆ ਗਿਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 2 12 ਮਾਹ ਨੇ। ਇੱਕ ਤੁਖਾਰੀ ਰਾਗ ਦੇ ਅੰਦਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਲੋਂ ਉਚਾਰਨ ਕੀਤਾ ਗਿਆ, ਤੇ ਦੂਜਾ ਮਾਝ ਰਾਗ ਦੇ ਅੰਦਰ ਜਿਹੜਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੱਲੋਂ ਉਚਾਰਨ ਕੀਤਾ ਗਿਆ, ਜਿਸ ਦੇ ਵਿੱਚੋਂ ਆਪ ਜੀ ਨੇ ਜੇਠ ਮਹੀਨੇ ਦੇ ਸੰਬੰਧ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ। ਉਸ ਤੋਂ ਬਾਅਦ ਜਦੋਂ ਹਫ਼ਤਿਆਂ ਦੀ ਵਾਰੀ ਆਈ ਤੇ ਸਤਿਗੁਰਾਂ ਨੇ 7 ਵਾਰ ਸਿਰਲੇਖ ਦੇ ਹੇਠ ਬਾਣੀ ਦਰਜ ਕਰ ਦਿੱਤੀ। ਕਿਵੇਂ ਤੁਸੀਂ ਹਫ਼ਤਿਆਂ ਦੇ ਅੰਦਰ ਵੀ ਹਰੇਕ ਦਿਨ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਜੁੜ ਸਕਦੇ ਹੋ। ਉਸ ਤੋਂ ਬਾਅਦ ਜਦੋਂ ਦਿਨ ਰਾਤ ਦੀ ਵਾਰੀ ਆਈ ਤੇ ਸਤਿਗੁਰਾਂ ਨੇ ਦਿਨ ਤੇ ਰਹਿਣ ਜਿਹੜੀ ਬਾਣੀ ਹੈ ਉਹ ਸਾਨੂੰ ਬਖਸ਼ ਦਿੱਤੀ। ਇਹ ਵੀ ਦੱਸ ਦਿੱਤਾ ਕਿ ਦਿਨ ਅਤੇ ਰਾਤ ਦੇ ਵਿੱਚ ਤੁਸੀਂ ਉਸ ਪਰਮਾਤਮਾ ਦੇ ਨਾਲ ਕਿਵੇਂ ਜੁੜ ਸਕਦੇ ਹੋ। ਇੱਥੋਂ ਤੱਕ ਹਰੇਕ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਨ ਦੀ ਹਦਾਇਤ ਕਰ ਦਿੱਤੀ। ਬਾਣੀ ਦਾ ਵਾਕ ਹੈ, ਸਾਸ ਸਾਸ ਸਿਮਰੋ ਗੋਬਿੰਦ, ਕਿ ਇਹ ਭਾਈ ਹਰੇਕ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ। ਅੱਜ ਜੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜੇਠ ਮਹੀਨੇ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਕਿ ਹੇ ਭਾਈ, ਜਿਸ ਪਰਮਾਤਮਾ ਦੇ ਨਾਲ ਤੂੰ ਜੁੜਨਾ ਹੈ, ਜਿਸ ਦੇ ਨਾਲ ਤੂੰ ਜੁੜ ਰਿਹਾ, ਉਹ ਹੈ ਕਿਹੋ ਜਿਹਾ? ਉਹ ਪਰਮਾਤਮਾ ਸਭ ਤੋਂ ਮਹਾਨ ਹੈ ਅਤੇ ਜਿਸ ਦੇ ਅੱਗੇ ਇਹ ਦੁਨੀਆ ਸਾਰੀ ਆਪਣਾ ਸਿਰ ਨਿਵਾਉਂਦੀ ਹੈ। ਕਹਿੰਦੇ ਤੂੰ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਰਹਿ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਵਨ। ਪੰਜਵੇਂ ਪਾਤਸ਼ਾਹ ਜੀ ਜਿੱਥੇ ਜੇਠ ਮਹੀਨੇ ਦਾ ਸੰਕੇਤ ਵਰਤ ਰਹੇ ਨੇ, ਜਿੱਥੇ ਜੇਠ ਮਹੀਨੇ ਦਾ ਨਾਮ ਹੈ, ਉੱਥੇ ਜੇਠ ਦਾ ਜਿਹੜਾ ਅਰਥ ਹੈ ਉਹ ਮਹਾਨ ਅਤੇ ਵੱਡਾ ਵੀ ਹੈ। ਸਭ ਤੋਂ ਵੱਡਾ ਤੇ ਸਭ ਤੋਂ ਮਹਾਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਇਸ ਜੇਠ ਮਹੀਨੇ ਦੇ ਅੰਦਰ ਤੂੰ ਉਸ ਪਰਮਾਤਮਾ ਦੇ ਨਾਲ ਜੁੜ ਜਿਹੜਾ ਸਭ ਤੋਂ ਮਹਾਨ ਹੈ ਤੇ ਸਭ ਤੋਂ ਵੱਡਾ ਹੈ। ਸਤ ਸੰਗਤ ਜੀ, ਕਿਤੇ ਕਾਰਨ ਹੈ ਵੀ ਇਸ ਮਹੀਨੇ ਦਾ ਨਾਮ ਜੇਠ ਇਸ ਕਰਕੇ ਹੀ ਪਿਆ ਸੀ ਕਿਉਂਕਿ ਇਸ ਮਹੀਨੇ ਦੇ ਅੰਦਰ ਸਾਰੇ ਮਹੀਨਿਆਂ ਦੇ ਵਿੱਚੋਂ ਜਿਹੜੇ ਦਿਨ ਹੁੰਦੇ ਨੇ ਉਹ ਸਭ ਤੋਂ ਵੱਡੇ ਦਿਨ ਹੁੰਦੇ ਨੇ। ਇਸ ਮਹੀਨੇ ਦੇ ਅੰਦਰ ਜਦੋਂ 20-21 ਜਿਹੜੀ ਜੂਨ ਹੈ, ਇਹ ਸਭ ਤੋਂ ਜਿਹੜੇ ਵੱਡੇ ਦਿਨ ਮੰਨੇ ਗਏ ਨੇ ਤੇ ਇਸੇ ਕਰਕੇ ਇਸ ਮਹੀਨੇ ਦਾ ਜਿਹੜਾ ਨਾਮ ਸੀ ਉਹ ਜੇਠ ਰੱਖਿਆ ਗਿਆ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਹੀ ਸੰਕੇਤ ਵਰਤ ਕੇ ਇਹ ਗੱਲ ਆਖੀ ਹੈ ਕਿ ਉਹ ਹਰੀ ਜਿਹੜਾ ਪਰਮਾਤਮਾ ਹੈ ਉਹ ਇੰਨਾ ਵੱਡਾ ਹੈ ਜਿਹਦੇ ਅੱਗੇ ਇਹ ਸਾਰਾ ਜਿਹੜਾ ਸੰਸਾਰ ਹੈ ਉਹ ਝੁਕਦਾ ਹੈ, ਸਿਰ ਨਿਵਾਉਂਦਾ ਹੈ। ਤੂੰ ਕੀ ਕਰ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗਾ ਰਹਿ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਰਹਿ, ਉਹਦੇ ਲੜ ਲੱਗਣਾ ਚਾਹੀਦਾ। ਪਰ ਮਨੁੱਖ ਦੁਨੀਆ ਦੇ ਅੰਦਰ ਅਨੇਕਾਂ ਨੂੰ ਰੱਬ ਮੰਨ ਕੇ ਬੈਠ ਗਿਆ। ਕੋਈ ਹਵਾ ਨੂੰ ਰੱਬ ਮੰਨ ਕੇ ਬੈਠ ਗਿਆ, ਕਿਸੇ ਨੇ ਅਗਨੀ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਸੂਰਜ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਧਰਤੀ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਚੰਦਰਮਾ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਪਰ ਪਾਤਸ਼ਾਹ ਦੀ ਬਾਣੀ ਤੇ ਇੱਥੋਂ ਤੱਕ ਗੱਲ ਆਖਦੀ ਹੈ, ਕਹਿੰਦੇ ਇਹ ਤੇ ਸਭ ਆਪ ਕਿਸੇ ਦੇ ਹੁਕਮ ਦੇ ਅੰਦਰ ਚੱਲ ਰਹੇ ਨੇ। ਬੰਦਿਆ ਤੂੰ ਇਸ ਨੂੰ ਭਗਵਾਨ ਮੰਨ ਕੇ ਬੈਠ ਗਿਆ।
ਜਦੋਂ ਆਸਾ ਦੀ ਵਾਰਦ ਬਾਣੀ ਪੜ੍ਹਦੇ ਹਾਂ, ਉਹਦੇ ਅੰਦਰ ਪਹਿਲੇ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੁੰਦਾ ਹੈ। ਸ਼ਬਦ ਆਪਾਂ ਪੜ੍ਹਦੇ ਹਾਂ, ਭੈ ਵਿੱਚ ਪਵਨ ਚੱਲੈ ਸਦ ਵਾਉ, ਭੈ ਵਿੱਚ ਚੱਲੈ ਲਖ ਦਰਿਆਉ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਜਿਹਦੀਆਂ ਲਾਸਟ ਵਾਲੀਆਂ ਪੰਕਤੀਆਂ ਦੇ ਅੰਦਰ ਪਾਤਸ਼ਾਹ ਜੀ ਆਖਦੇ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਕਹਿੰਦੇ ਇਸ ਦੁਨੀਆ ਦੇ ਅੰਦਰ ਸਾਰੀ ਜਿਹੜੀਆਂ ਚੀਜ਼ਾਂ ਨੇ ਉਹ ਕਿਸੇ ਨਾ ਕਿਸੇ ਭੈ ਦੇ ਅੰਦਰ ਚੱਲ ਰਹੀਆਂ ਨੇ, ਪਰ ਜੇਕਰ ਕੋਈ ਭੈ ਤੋਂ ਰਹਿਤ ਹੈ, ਉਹ ਹੈ ਕੇਵਲ ਇੱਕ ਅਕਾਲ ਪੁਰਖ, ਜਿਹਨੂੰ ਮੈਂ ਅੱਜ ਜਿਹਦੇ ਨਾਲ ਤੈਨੂੰ ਮੈਂ ਜੋੜ ਰਿਹਾ, ਜਿਹੜਾ ਕਿ ਸਭ ਤੋਂ ਮਹਾਨ ਹੈ, ਜਿਹਦੇ ਪ੍ਰਥਾਈ ਪੰਜਵੇਂ ਪਾਤਸ਼ਾਹ ਜੀ ਇਹ ਵੀ ਗੱਲ ਆਖਦੇ ਨੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕਹਿੰਦੇ ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਉਹ ਪਰਮਾਤਮਾ, ਉਹਦੇ ਅੱਗੇ ਤੂੰ ਉਹਦੇ ਨਾਲ ਜੁੜਨਾ ਹੈ ਜਿਹਦੇ ਅੱਗੇ ਸਾਰਾ ਸੰਸਾਰ ਸਿਰ ਨਿਵਾ ਰਿਹਾ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵੜ ਚੀਰਾ ਰਾਹੋ। ਕਹਿੰਦੇ ਉਹ ਪਰਮਾਤਮਾ ਜਿਹੜਾ ਮਹਾਨ ਹੈ, ਵੱਡਾ ਹੈ, ਜਿਹਦਾ ਉਰਲਾ ਤੇ ਪਰਲਾ ਬੰਨਿਆ ਨਹੀਂ ਦੱਸਿਆ ਜਾ ਸਕਦਾ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਗੰਭੀਰ ਹੈ, ਵੱਡੇ ਜਿਗਰੇ ਵਾਲਾ ਹੈ। ਕਹਿੰਦੇ ਅੱਜ ਮੈਂ ਤੈਨੂੰ ਉਹਦੇ ਨਾਲ ਜੋੜ ਰਿਹਾ। ਅੱਜ ਪਾਤਸ਼ਾਹ ਜੀ ਜੇਠ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਪਾਤਸ਼ਾਹ ਜੀ ਆਖਦੇ, ਕਹਿੰਦੇ ਭਾਈ ਉਹਦੇ ਨਾਲ ਜੁੜ ਜਿਹਦੇ ਅੱਗੇ ਸਾਰੀ ਕਾਇਨਾਤ ਨਵਾਉਂਦੀ ਪਈ ਹੈ, ਜਿਨ੍ਹਾਂ ਨੂੰ ਤੂੰ ਰੱਬ ਮੰਗਣਾ ਪਿਆ ਉਹ ਵੀ ਜਿਹਦੇ ਅੱਗੇ ਸਿਰ ਨਿਵਾ ਰਹੇ ਨੇ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਵੰਨ, ਉਸ ਪਰਮਾਤਮਾ ਦੇ ਚਰਨਾਂ ਵਿੱਚ ਲੱਗ। ਜਿਹੜਾ ਮਨੁੱਖ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਨਾ ਸਤ ਸੰਗਤ ਜੀ, ਉਸ ਨੂੰ ਜਿਹੜੇ ਇਹ ਵਿਕਾਰ ਨੇ, ਇਹ ਜਿਹੜੇ ਜੰਮ ਨੇ, ਇਹ ਕਦੇ ਵੀ ਤੰਗ ਨਹੀਂ ਕਰਦੇ। ਉਹਨੂੰ ਫਿਰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਲੱਗਾ ਰਹਿੰਦਾ। ਪਾਤਸ਼ਾਹ ਜੀ ਕਿਰਪਾ ਕਰਦੇ, ਹਰ ਸੱਜਣ ਦਾਮਨ ਲੱਗਿਆ, ਕਿਸੇ ਨ ਦੇਈ ਬਨ। ਜੇ ਮਨੁੱਖ ਹਰੀ ਸੱਜਣ ਦੇ ਲੜ ਲੱਗ ਜਾਵੇ, ਜਿਹੜਾ ਮਨੁੱਖ ਉਸ ਪਰਮਾਤਮਾ ਦੇ ਲੜ ਲੱਗ ਜਾਂਦਾ ਹੈ ਨਾ, ਫਿਰ ਉਹਨੂੰ ਜਿਹੜੇ ਵਿਕਾਰ ਨੇ ਉਹ ਕਦੇ ਨਹੀਂ ਤੰਗ ਕਰਦੇ, ਕਿਉਂਕਿ ਉਹਦੇ ਉੱਤੇ ਗੁਰੂ ਇਹੋ ਜਿਹੀ ਕਿਰਪਾ ਕਰ ਦਿੰਦਾ ਹੈ। ਉਹ ਪਰਮਾਤਮਾ ਜੋ ਜੀਵਨ ਦਾਤਾ ਹੈ, ਮਨੁੱਖਾਂ ਨੂੰ ਜੀਵਨ ਦੇਣ ਵਾਲਾ ਹੈ, ਉਹ ਪਰਮਾਤਮਾ ਇਹੋ ਜਿਹੀ ਕਿਰਪਾ ਕਰ ਦਿੰਦਾ ਹੈ, ਕਹਿੰਦੇ ਉਹਦੇ ਲੇਖੇ ਦੇ ਜਿਹੜੇ ਕਾਗਜ਼ ਨੇ ਉਹ ਫਾੜ ਦਿੰਦਾ ਹੈ। ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਆ ਨਾ, ਪਾਤਸ਼ਾਹ ਜੀ ਕਿਰਪਾ ਕਰਦੇ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਈ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ। ਕਹਿੰਦੇ ਧਰਮ ਰਾਏ ਨੇ ਉਹਦੇ ਕਾਗਜ਼ ਹੀ ਫਾੜ ਦਿੱਤੇ, ਜਿਹਦੇ ਹਿਰਦੇ ਦੇ ਅੰਦਰ ਉਹ ਪਰਮਾਤਮਾ ਆ ਕੇ ਵਸ ਜਾਂਦਾ ਹੈ। ਹੁਣ ਜਿਸ ਮਨੁੱਖ ਦੇ ਅੰਦਰ ਉਹ ਪਰਮਾਤਮਾ ਦਾ ਵਾਸਾ ਹੋ ਜਾਵੇ, ਤੇ ਉਹਨੂੰ ਇਹ ਫਿਰ ਜਿਹੜੇ ਜੰਮ ਨੇ ਇਹ ਕਿਵੇਂ ਤੰਗ ਕਰਨਗੇ। ਉਹੀ ਅੱਜ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ, ਕਹਿੰਦੇ ਹਰ ਸੱਜਣ ਦਾਮਨ ਲੱਗਿਆ, ਕਿਸੇ ਨਾ ਦੇਈ ਬਨ। ਕਹਿੰਦੇ ਜਿਹੜਾ ਉਸ ਪਰਮਾਤਮਾ ਦੇ ਲੜ ਲੱਗ ਜਾਂਦਾ ਨਾ, ਉਹਨੂੰ ਇਹ ਜਿਹੜੇ ਵਿਕਾਰ ਨੇ ਇਹ ਕਦੇ ਵੀ ਤੰਗ ਨਹੀਂ ਕਰਦੇ, ਇਹ ਜਿਹੜੇ ਜੰਮ ਨੇ ਇਹ ਕਦੇ ਵੀ ਉਸ ਨੂੰ ਬਣਦੇ ਨਹੀਂ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹ ਗੁਰੂ ਦੇ ਲੜ ਲੱਗ ਕੇ ਇਹੋ ਜਿਹੇ ਨਾਮ ਨੂੰ ਲੱਭ ਲੈਂਦਾ ਹੈ, ਜਿਹਨੂੰ ਨਾ ਤੇ ਕਦੇ ਕੋਈ ਚੋਰ ਚੁਰਾ ਸਕਦਾ, ਨਾ ਹੀ ਕਦੇ ਜਿਹੜੀ ਅੱਗ ਹੈ ਕਦੇ ਜਲਾ ਸਕਦੀ ਹੈ। ਜਿਹੜਾ ਹੀਰਿਆਂ ਮੋਤੀਆਂ ਦੀ ਤਰ੍ਹਾਂ ਜਿਹੜਾ ਕੀਮਤੀ ਹੁੰਦਾ ਹੈ, ਜਿਹੜਾ ਮਨੁੱਖ ਦਾ ਜੀਵਨ ਹੀ ਬਦਲ ਕੇ ਰੱਖ ਦਿੰਦਾ, ਜੀਵਨ ਸਵਾਰ ਕੇ ਰੱਖ ਦਿੰਦਾ। ਮਾਨਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸਨ। ਹੁਣ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਇਹੋ ਜਿਹਾ ਨਾਮ ਪ੍ਰਾਪਤ ਹੋ ਗਿਆ, ਗੁਰੂ ਦਾ ਇਹੋ ਜਿਹਾ ਨਾਮ ਪ੍ਰਾਪਤ ਹੋਇਆ, ਇਹੋ ਜਿਹਾ ਬਚਨ ਮਿਲਿਆ ਵੀ ਜਿਹੜਾ ਹੁਣ ਕਦੇ ਵੀ ਚੁਰਾਇਆ ਨਹੀਂ ਜਾ ਸਕਦਾ। ਜੇਕਰ ਇੱਕ ਵਾਰੀ ਮਨੁੱਖ ਦੇ ਹਿਰਦੇ ਦੇ ਅੰਦਰ ਆ ਵਸੇ ਨਾ,
ਉਹ ਫਿਰ ਕਦੇ ਵੀ ਦੁਬਾਰਾ ਤੋਂ ਨਾਸ਼ ਨਹੀਂ ਹੁੰਦਾ। ਮਨੁੱਖ ਬਾਹਰ ਧਨ ਦੌਲਤ ਇਕੱਠੀ ਕਰਦਾ ਰਹਿੰਦਾ ਸਾਰੀ ਉਮਰ, ਪਰ ਉਹਦੇ ਮਨ ਦੇ ਅੰਦਰ ਇਹ ਵੀ ਡਰ ਹੁੰਦਾ ਹੈ ਕਿਤੇ ਕੋਈ ਚੋਰ ਇਹ ਜੋ ਧਨ ਦੌਲਤ ਇਕੱਠੀ ਕੀਤੀ ਹੈ ਇਸ ਨੂੰ ਚੁਰਾ ਕੇ ਨਾ ਲੈ ਜਾਵੇ। ਕਿਤੇ ਘਰ ਦੇ ਅੰਦਰ ਕੋਈ ਅੱਗ ਲੱਗ ਗਈ, ਜੋ ਪਰਸਨਲ ਕਾਗਜ਼ ਨੇ ਜਾਂ ਪ੍ਰੋਪਰਟੀ ਦੇ ਕਾਗਜ਼ ਪਏ ਹੋਏ ਨੇ, ਰਜਿਸਟਰੀਆਂ ਪਈਆਂ ਹੋਈਆਂ ਨੇ, ਕਿਤੇ ਇਹ ਸੜ ਨਾ ਜਾਣ। ਕਿਤੇ ਕੋਈ ਹੜ੍ਹ ਆ ਗਿਆ, ਪਾਣੀ ਆ ਗਿਆ, ਪਾਣੀ ਦੇ ਵਿੱਚ ਇਹ ਡੁੱਬ ਕੇ ਕਿਤੇ ਗਲ ਨਾ ਜਾਣ। ਪਰ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਉਹ ਮਾਨਕ ਹੀਰਿਆਂ ਵਰਗਾ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ, ਗੁਰੂ ਦਾ ਬਚਨ ਹੈ, ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਵਸ ਜਾਂਦਾ ਹੈ ਨਾ, ਉਹ ਫਿਰ ਨਾ ਤੇ ਕਦੇ ਨਾਸ਼ ਹੁੰਦਾ ਹੈ ਤੇ ਨਾ ਹੀ ਕੋਈ ਚੋਰ ਉਸ ਨੂੰ ਚੁਰਾ ਸਕਦਾ ਹੈ, ਨਾ ਹੀ ਦੁਨੀਆ ਦੇ ਅੰਦਰ ਕੋਈ ਇਹੋ ਜਿਹੀ ਅੱਗ ਬਣੀ ਹੈ ਜਿਹੜੀ ਉਸ ਨੂੰ ਜਾਲ ਸਕੇ, ਉਹਨੂੰ ਸਾੜ ਸਕੇ, ਤੇ ਨਾ ਹੀ ਕੋਈ ਦੁਨੀਆ ਦੇ ਅੰਦਰ ਇਹੋ ਜਿਹਾ ਪਾਣੀ ਬਣਿਆ ਹੈ ਵੀ ਜਿਹੜਾ ਉਸ ਬਚਨ ਨੂੰ, ਗੁਰੂ ਦੀ ਵਿਚਾਰ ਨੂੰ, ਗੁਰੂ ਦੀ ਸਿਫਤ ਨੂੰ ਉਹ ਡੁਬੋ ਸਕਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ ਨਾ, ਪਾਤਸ਼ਾਹ ਜੀ ਕਿਰਪਾ ਕਰਦੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਂ ਨਾ ਸਾਕਿਆ ਜਾਲੇ। ਤੇ ਇਹ ਮਿਲਦਾ ਕਿਹਨੂੰ ਹੈ? ਇਹ ਜਿਹੜਾ ਨਾਮ ਹੈ ਇਹ ਮਿਲਦਾ ਕਿਹਨੂੰ? ਇਹ ਨਾਮ ਮਿਲਦਾ ਹੈ ਜਿਹੜੇ ਗੁਰੂ ਦੇ ਮੁਖ ਹੋ ਜਾਂਦੇ ਨੇ, ਗੁਰੂ ਦੇ ਲੜ ਲੱਗ ਜਾਂਦੇ ਨੇ, ਜਿਹੜੇ ਇੱਕ ਦੇ ਨਾਲ ਜੁੜ ਜਾਂਦੇ ਨੇ, ਇੱਕ ਪ੍ਰਮਾਤਮਾ ਦੇ ਨਾਲ। ਗੁਰਮੁਖ ਲਾਦਾ ਮਨਮੁਖ ਗਵਾਇਆ। ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਇਸ ਨਾਮ ਰੂਪੀ ਜੋ ਹੀਰਾ ਹੈ ਇਹਨੂੰ ਲੱਭ ਲਿਆ, ਇਸ ਖਜ਼ਾਨੇ ਨੂੰ ਲੱਭ ਲਿਆ, ਤੇ ਮਨਮੁਖ ਨੇ ਉਹ ਇਸ ਸੰਸਾਰ ਦੇ ਅੰਦਰ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਚਲੇ ਜਾਂਦੇ ਨੇ। ਤੇ ਜਿਨ੍ਹਾਂ ਨੇ ਇਹਨੂੰ ਲੱਭ ਲਿਆ, ਉਸ ਪ੍ਰਮਾਤਮਾ ਦੇ ਨਾਮ ਨੂੰ ਲੱਭ ਲੈਂਦੇ ਨੇ ਸਾਧ ਸੰਗਤ ਜੀ, ਫਿਰ ਉਹ ਉਸ ਪ੍ਰਮਾਤਮਾ ਦੀ ਰਜ਼ਾ ਦੇ ਅੰਦਰ ਚੱਲਣਾ ਸ਼ੁਰੂ ਕਰ ਦਿੰਦੇ ਨੇ। ਉਹਨੂੰ ਪ੍ਰਮਾਤਮਾ ਦੀ ਜਿਹੜੀ ਰਜ਼ਾ ਹੈ ਉਹ ਚੰਗੀ ਲੱਗਣ ਲੱਗ ਪੈਂਦੀ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਰੰਗ ਸਭੇ ਨਾ ਰਹੇ ਨੇ, ਜੇਤੇ ਮਨ ਪਾਵਨ। ਹੁਣ ਪਰਮਾਤਮਾ ਜਿੰਨੇ ਵੀ ਕੁਤਕ ਕਰਦਾ ਹੈ ਉਹ ਸਾਰੇ ਉਹ ਨਾਮ ਧਨ ਦੀ ਬਰਕਤ ਦੇ ਨਾਲ, ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਆ ਵਸਦਾ ਹੈ, ਕਹਿੰਦੇ ਉਹ ਸਭ ਉਸ ਨੂੰ ਚੰਗੇ ਲੱਗਣ ਲੱਗ ਪੈਂਦੇ ਨੇ। ਉਹ ਮਨੁੱਖ ਵੀ ਫਿਰ ਪਰਮਾਤਮਾ ਦੀ ਰਜ਼ਾ ਦੇ ਅੰਦਰ ਚੱਲਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹਨਾਂ ਮਨੁੱਖਾਂ ਨੂੰ ਜਿਹੜੀ ਪਰਮਾਤਮਾ ਦੀ ਰਜ਼ਾ ਹੈ ਉਹ ਫਿਰ ਚੰਗੀ ਲੱਗਣ ਲੱਗ ਪੈਂਦੀ ਹੈ। ਜੋ ਪਰਮਾਤਮਾ ਕਰਦਾ ਹੈ ਉਹਨਾਂ ਨੂੰ ਚੰਗਾ ਲੱਗਣ ਲੱਗ ਪੈਂਦਾ। ਫਿਰ ਸਾਧ ਸੰਗਤ ਜੀ ਇਹੋ ਜਿਹੇ ਜਿਹੜੇ ਮਨੁੱਖ ਨੇ ਨਾ, ਉਹ ਫਿਰ ਜ਼ਿੰਦਗੀ ਦੇ ਅੰਦਰ ਸ਼ੋਭਾ ਖੱਟਦੇ ਨੇ, ਸੰਸਾਰ ਦੇ ਅੰਦਰ ਧਨਤਾ ਦੇ ਯੋਗ ਹੋ ਜਾਂਦੇ ਨੇ, ਸੰਸਾਰ ਦੇ ਅੰਦਰ ਇਹੋ ਜਿਹੇ ਸਤਿਕਾਰੇ ਜਾਂਦੇ ਨੇ, ਜਿਹਨੂੰ ਪਾਤਸ਼ਾਹ ਜੀ ਅੱਜ ਕਿਰਪਾ ਕਰਦੇ ਇਹ ਗੱਲ ਆਖਦੇ ਨੇ, ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧਨ। ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ ਨਾ, ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜ ਗਏ ਨੇ, ਫਿਰ ਉਹ ਦੁਨੀਆ ਦੇ ਅੰਦਰ ਧਨਤਾ ਦੇ ਯੋਗ ਹੋ ਜਾਂਦੇ ਨੇ, ਸ਼ਲਾਘਾ ਯੋਗ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਮਨੋਰਥ ਹੀ ਇਹ ਹੁੰਦਾ ਹੈ, ਉਹ ਆਪ ਤੇ ਜਿੱਥੇ ਜੁੜੇ ਹੁੰਦੇ ਨੇ ਉਹ ਆਪਣੇ ਨਾਲ ਜੁੜਦਿਆਂ ਹੋਇਆਂ ਦੂਸਰਿਆਂ ਨੂੰ ਵੀ ਉਸ ਪਰਮਾਤਮਾ ਦੇ ਨਾਲ ਜੋੜਦੇ ਨੇ। ਆਪ ਤੇ ਮੁਕਤ ਹੁੰਦੇ ਹੀ ਹੁੰਦੇ ਨੇ, ਆਪ ਇਹਨਾਂ ਵਿਕਾਰਾਂ ਤੋਂ, ਜਮਾਂ ਤੋਂ ਮੁਕਤੀ ਪ੍ਰਾਪਤ ਕਰਦੇ ਹੀ ਕਰਦੇ ਨੇ। ਉਹਦੇ ਨਾਲ ਨਾਲ ਜੋ ਸਾਖ ਸੰਬੰਧੀ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਉਹਨਾਂ ਨੂੰ ਵੀ ਮੁਕਤ ਕਰਾ ਲੈਂਦੇ ਨੇ। ਸੁਖਮਨੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, 23ਵੀਂ ਅਸ਼ਟਪਦੀ ਦੀਆਂ ਲਾਸਟ ਵਾਲੀਆਂ ਪੰਕਤੀਆਂ ਪੜ੍ਹੋ। ਪਾਤਸ਼ਾਹ ਜੀ ਕਿਰਪਾ ਕਰਦੇ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤੀ ਆਵੈ ਨਾਉ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦ ਬਲਿਹਾਰ। ਇਹੋ ਜਿਹੇ ਜਿਹੜੇ ਮਨੁੱਖ ਨੇ ਉਹ ਸ਼ਲਾਘਾ ਯੋਗ ਹੋ ਜਾਂਦੇ ਨੇ, ਉਹ ਫਿਰ ਸ਼ੋਭਾ ਯੋਗ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾ ਲਿਆ, ਉਹ ਗੁਰੂ ਦੇ ਬਣ ਗਏ ਨੇ, ਉਹ ਗੁਰੂ ਦੇ ਨਾਲ ਜੁੜ ਗਏ ਨੇ। ਮਨੁੱਖ ਜਿੰਨੇ ਮਰਜ਼ੀ ਹਿੱਲੇ ਵਸੀਲੇ ਕਰਦਾ ਰਵੇ,
ਉਹ ਕਦੇ ਵੀ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦਾ। ਪਰ ਜਦੋਂ ਗੁਰੂ ਕਿਰਪਾ ਕਰ ਦੇਵੇ ਨਾ, ਉਹ ਪਰਮਾਤਮਾ ਕਿਰਪਾ ਕਰ ਦੇਵੇ ਸਾਧ ਸੰਗਤ ਜੀ, ਫਿਰ ਉਹ ਵਿਛੜਿਆਂ ਨੂੰ ਵੀ ਆਪਣੇ ਨਾਲ ਮਿਲਾ ਲੈਂਦਾ ਹੈ। ਕਿਉਂਕਿ ਮਨੁੱਖ ਵਿਛੜਿਆ ਹੋਇਆ ਆਪਣੇ ਕਰਮਾਂ ਦੇ ਕਰਕੇ, ਤੇ ਉਹ ਵਿਛੋੜੇ ਦੇ ਵਿੱਚ ਆਇਆ ਹੋਇਆ ਫਿਰ ਦੁਖੀ ਹੁੰਦਾ ਹੈ। ਆਪਨ ਲਿਆ ਜਿਹ ਮਿਲੈ, ਵਿਛੜ ਕਿਉਂ ਰੋਵਨ। ਪਰ ਜੇਕਰ ਪਰਮਾਤਮਾ ਜੀਵਾਂ ਦੇ ਕਿਤੇ ਆਪਣੇ ਕੀਤੇ ਹੋਏ ਉਦਮ ਦੇ ਨਾਲ ਮਿਲਦਾ ਹੁੰਦਾ, ਤੇ ਜੀਵ ਕਦੇ ਪਰਮਾਤਮਾ ਤੋਂ ਵਿਛੜਦੇ ਨਾ। ਕਿਉਂਕਿ ਜੀਵ ਵਿਛੜਿਆ ਹੀ ਆਪਣੇ ਕਰਮਾਂ ਦੇ ਕਰਕੇ ਪਿਆ। ਉਹ ਮਾੜੇ ਕਰਮ ਕਰਦਾ ਹੈ, ਮੰਦੇ ਕਰਮ ਕਰਦਾ ਹੈ, ਤੇ ਉਹ ਪਰਮਾਤਮਾ ਦੇ ਨਾਲ ਵਿਛੜ ਜਾਂਦਾ ਹੈ। ਜਿੱਥੇ ਵਿਛੋੜਾ ਹੋਵੇਗਾ ਸਾਧ ਸੰਗਤ ਜੀ, ਉੱਥੇ ਦੁੱਖ ਹੋਵੇਗਾ ਹੀ ਹੋਵੇਗਾ। ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਵਿਛੋੜਾ ਹੈ, ਉਹਦੀ ਮਨੁੱਖ ਦੀ ਸਾਰੀ ਜਿਹੜੀ ਜ਼ਿੰਦਗੀ ਹੈ ਉਹ ਦੁੱਖਾਂ ਦੇ ਨਾਲ ਭਰੀ ਹੋਈ ਹੈ। ਉਹ ਵਿਛੜੇ ਹੀ ਆਪਣੇ ਕਰਮਾਂ ਦੇ ਕਰਕੇ। ਆਰੰਭਤਾ ਹੀ ਇੱਥੋਂ ਹੋਈ ਹੈ ਕਿ ਪਾਤਸ਼ਾਹ ਜੀ, ਮੈਨੂੰ ਤੁਸੀਂ ਆਪਣੇ ਨਾਲ ਮਿਲਾ ਲਵੋ, ਕਿਉਂਕਿ ਮੈਂ ਆਪਣੇ ਕੀਤੇ ਹੋਏ ਜਿਹੜੇ ਕਰਮਾਂ ਦੇ ਕਰਕੇ ਤੁਹਾਡੇ ਤੋਂ ਵਿਛੜਿਆ ਹੋਇਆ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲੋ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ, ਥਕ ਹਾਰ ਆਈ ਪ੍ਰਭ ਕੀ ਸ਼ਾਮ। ਕਿ ਇਹ ਪ੍ਰਮਾਤਮਾ ਜੀ, ਮੈਂ ਤੇ ਥੱਕ ਹਾਰ ਕੇ ਬਾਕੀ ਜਿੰਨੇ ਵੀ ਹੀਲੇ ਵਸੀਲੇ ਸਨ, ਜਿੰਨੇ ਵੀ ਤਰੀਕੇ ਸਨ, ਸਾਰੇ ਅਪਣਾ ਕੇ ਵੇਖ ਲਏ, ਪਰ ਉਹ ਸਾਰੇ ਜਿਹੜੇ ਤਰੀਕੇ ਨੇ ਉਹ ਕਿਸੇ ਕੰਮ ਨਹੀਂ ਆਏ। ਉਹਨਾਂ ਨਾਲ ਤੇ ਸਗੋਂ ਮੈਂ ਦੁਨੀਆ ਦੇ ਅੰਦਰ ਦੁਖੀ ਹੁੰਦਾ ਰਿਹਾ, ਸਗੋਂ ਇਹਨਾਂ ਵਿਕਾਰਾਂ ਦੇ ਅੰਦਰ ਗਲਤਾਨ ਹੀ ਹੁੰਦਾ ਰਿਹਾ। ਤੇ ਹੁਣ ਮੇਰੇ ਤੇ ਤੁਸੀਂ ਕਿਰਪਾ ਕਰੋ, ਮੈਂ ਤੁਹਾਡੇ ਨਾਲ ਜੁੜ ਜਾਵਾਂ। ਸਤ ਸੰਗਤ ਜੀ, ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਜਿਹੜੇ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਵੇ ਨਾ, ਜ਼ਿੰਦਗੀ ਦੇ ਅੰਦਰ ਗੁਰੂ ਦਾ ਸਾਥ ਮਿਲ ਜਾਂਦਾ ਹੈ। ਜਿਹੜੇ ਇੱਕ ਵਾਰੀ ਗੁਰੂ ਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦੀ ਬਾਂਹ ਗੁਰੂ ਪਕੜ ਲੈਂਦਾ ਹੈ, ਫਿਰ ਉਹ ਜ਼ਿੰਦਗੀ ਦੇ ਅੰਦਰ ਆਨੰਦ ਹੋ ਜਾਂਦੇ ਨੇ, ਆਨੰਦਿਤ ਹੋ ਜਾਂਦੇ ਨੇ। ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਆਨੰਦਮਈ ਹੋ ਜਾਂਦੀ ਹੈ। ਉਹ ਫਿਰ ਸਾਰੀ ਜਿਹੜੀ ਉਮਰ ਹੈ ਉਹ ਸੁੱਖਾਂ ਦੇ ਨਾਲ ਬਤੀਤ ਕਰਦੇ ਨੇ। ਉਹ ਫਿਰ ਮਿਲਦਾ ਸਾਥ ਕਿੱਥੋਂ ਹੈ? ਉਹ ਗੁਰੂ ਦਾ ਸਾਥ ਲੱਭਿਆ। ਜ਼ਿੰਦਗੀ ਆਨੰਦਮਈ ਹੁੰਦੀ ਹੈ ਗੁਰੂ ਦਾ ਸਾਥ ਲੱਭਿਆ। ਪਾਤਸ਼ਾਹ ਜੀ ਕਿਰਪਾ ਕਰਦੇ, ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਹਾਨਨ। ਹੇ ਭਾਈ, ਹੇ ਨਾਨਕ, ਪ੍ਰਭੂ ਦੇ ਮਿਲਾਪ ਦੇ ਆਨੰਦ ਉਹੀ ਬੰਦੇ ਮਾਣਦੇ ਨੇ, ਉਹੀ ਆਨੰਦ ਨੂੰ ਮਾਣ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਵੇ, ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ। ਫਿਰ ਅੰਤਲੀਆਂ ਪੰਕਤੀਆਂ ਦੇ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ। ਹਰ ਜੇਠ ਰੰਗੀਲਾ ਤਿਸ ਤਨੀ, ਜਿਸ ਕੈ ਭਾਗ ਮਥਨ। ਸਤ ਸੰਗਤ ਜੀ, ਉਹਨਾਂ ਮਨੁੱਖਾਂ ਦਾ ਜੇਠ ਦਾ ਮਹੀਨਾ ਸਫਲਾ ਹੋ ਜਾਂਦਾ, ਜਿਹਦੇ ਉੱਤੇ ਗੁਰੂ ਕਿਰਪਾ ਕਰ ਦੇਵੇ, ਗੁਰੂ ਦਾ ਸਾਥ ਮਿਲ ਜਾਵੇ, ਤੇ ਜਿਨ੍ਹਾਂ ਦੇ ਮੱਥੇ ਤੇ ਜਿਹੜੇ ਭਾਗ ਨੇ ਉਹ ਜਾਗ ਪੈਂਦੇ ਨੇ। ਜੋ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੱਲੋਂ ਇਸ ਜੇਠ ਮਹੀਨੇ ਦੇ ਸੰਬੰਧ ਦੇ ਵਿੱਚ ਸਾਨੂੰ ਵਿਚਾਰ ਦ੍ਰਿੜ ਕਰਵਾਈ ਹੈ, ਸਤਿਗੁਰ ਕਿਰਪਾ ਕਰਨ ਅਸੀਂ ਵੀ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਈਏ। ਅਸੀਂ ਵੀ ਉਸ ਪਰਮਾਤਮਾ ਨੂੰ ਸਿਮਰੀਏ, ਉਸ ਪਰਮਾਤਮਾ ਦੇ ਲੜ ਲੱਗੀਏ ਜਿਸ ਦੇ ਅੱਗੇ ਸਾਰੀ ਜਿਹੜੀ ਕਾਇਨਾਤ ਹੈ ਸਿਰ ਝੁਕਾਉਂਦੀ ਹੈ। ਤਾਂ ਹੀ ਹੋ ਸਕਣ ਕਿ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਵਿਆਪੇ ਮਿਲੇ ਵਿਚਾਰਾਂ ਦੀ ਸਮਾਪਤੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।